ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਜਿਨ੍ਹਾਂ ਔਰਤਾਂ ਦੇ ਪੇਟ ਵਿੱਚ ਪੱਥਰੀ ਹੁੰਦੀ ਸੀ, ਮੇਰਾ ਪਿਤਾ 3 ਬੂੰਦਾਂ ਤੇਲ ਦੀਆਂ ਧੁੰਨੀ ਵਿੱਚ ਪਾ ਕੇ ਕਮਰੇ ਵਿੱਚ ਬੰਦ ਕਰ ਦਿੰਦਾ ਸੀ ਤੇ ਫਿਰ ਸਾਰੀ ਰਾਤ ਕਿਸੇ ਨੂੰ ਕਮਰੇ ਵਿੱਚ ਨਹੀਂ ਵੜਨ ਦਿੰਦਾ ਤੇ ਅਗਲੀ ਸਵੇਰ ਉਹ ਔਰਤਾਂ ਬਹੁਤ ਖੁਸ਼ ਹੋ ਕੇ ਚਲੀਆਂ ਜਾਂਦੀਆਂ ਸੀ। ਉਹਨਾਂ ਦੀ ਪੱਥਰੀ ਬਿਨਾਂ ਆਪਰੇਸ਼ਨ ਤੋਂ ਠੀਕ ਹੋ ਜਾਂਦੀ ਸੀ। ਇਸ ਤਰ੍ਹਾਂ ਪਾਪਾ ਘਰ ਵਿੱਚ ਬੈਠਾ ਹਜ਼ਾਰਾਂ ਰੁਪਏ ਕਮਾ ਰਿਹਾ ਸੀ। ਇੱਕ ਦਿਨ ਮੇਰੇ ਪੇਟ ਵਿੱਚ ਦਰਦ ਹੋਇਆ ਤਾਂ ਮੈਂ ਪਿਤਾ ਤੋਂ ਚੋਰੀ 3 ਬੂੰਦਾਂ ਤੇਲ ਦੀਆਂ ਆਪਣੀ ਧੁੰਨੀ ਵਿੱਚ ਪਾ ਕੇ ਕਮਰੇ ਵਿੱਚ ਲੰਮੇ ਪੈ ਗਈ। 10-15 ਮਿੰਟਾਂ ਬਾਅਦ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜਦੋਂ ਉੱਥੇ ਮੇਰਾ ਪਿਤਾ ਹਰ ਪਾਸੇ ਮਸ਼ਹੂਰ ਹੋ ਗਿਆ ਸੀ। ਲੋਕ ਕਹਿੰਦੇ ਸੀ ਕਿ ਮੇਰੇ ਪਿਤਾ ਦੇ ਹੱਥਾਂ ਵਿੱਚ ਜਾਦੂ ਹੈ। ਪਾਪਾ ਉਹਨਾਂ ਔਰਤਾਂ ਦਾ ਇਲਾਜ ਕਰਦਾ ਸੀ ਜਿਨ੍ਹਾਂ ਦੇ ਪੇਟ ਵਿੱਚ ਪੱਥਰੀ ਹੁੰਦੀ ਸੀ। ਉਹ ਪਾਪਾ ਕੋਲ ਆਉਂਦੀਆਂ ਸੀ। ਪਾਪਾ ਨੇ ਆਪਣਾ ਇੱਕ ਖਾਸ ਤੇਲ ਬਣਾਇਆ ਹੋਇਆ ਸੀ। ਉਹ ਉਸ ਤੇਲ ਦੀਆਂ 3 ਬੂੰਦਾਂ ਮਰੀਜ਼ ਦੀ ਧੁੰਨੀ ਵਿੱਚ ਪਾ ਕੇ ਉਸ ਨੂੰ ਆਪਣੇ ਬੈੱਡ ਤੇ ਲੰਮੇ ਪਾ ਕੇ ਕਮਰੇ ਨੂੰ ਬਾਹਰੋਂ ਬੰਦ ਕਰ ਦਿੰਦਾ ਸੀ। ਸਵੇਰ ਹੁੰਦੇ ਹੀ ਮਰੀਜ਼ ਠੀਕ ਹੋ ਜਾਂਦੀ ਤੇ ਉਹ ਮੇਰੇ ਪਿਤਾ ਨੂੰ ਬਹੁਤ ਦੁਆਵਾਂ ਦਿੰਦੀ ਸੀ। ਉਹ ਪਾਪਾ ਨੂੰ ਪੈਸੇ ਦਿੰਦੀਆਂ ਸੀ। ਮੇਰਾ ਪਾਪਾ ਦੁਨੀਆ ਦਾ ਸਭ ਤੋਂ ਵਧੀਆ ਪਿਤਾ ਹੈ। ਉਹ ਸਾਰੀ ਕਮਾਈ ਮੇਰੀ ਹਥੇਲੀ ਤੇ ਰੱਖ ਦਿੰਦਾ ਸੀ ਤੇ ਕਹਿੰਦਾ ਕਿ ਤੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਮਾਲਕ ਹੈ। ਮੇਰੀ ਮੰਗ ਹੋਰ ਵੀ ਵੱਧ ਜਾਂਦੀ ਸੀ। ਅੱਜ ਇੱਕ ਬਹੁਤ ਹੀ ਸੋਹਣੀ ਕੁੜੀ ਪਾਪਾ ਦੇ ਕੋਲ ਆਈ ਸੀ। ਉਸ ਕੁੜੀ ਦੀ ਮਾਂ ਵੀ ਉਸ ਦੇ ਨਾਲ ਹੀ ਸੀ ਤੇ ਉਹ ਰੋ ਰੋ ਕੇ ਆਪਣੀ ਹਾਲਤ ਬਾਰੇ ਦੱਸ ਰਹੀ ਸੀ। ਉਹ ਸੋਹਣੀ ਕੁੜੀ ਮੇਰੀ ਹੀ ਉਮਰ ਦੀ ਹੋਵੇਗੀ। ਮੈਂ ਉਸ ਕੁੜੀ ਵੱਲ ਦੇਖ ਕੇ ਬੋਲੀ, ਤੈਨੂੰ ਜ਼ਰੂਰ ਕਿਸੇ ਦੀ ਨਜ਼ਰ ਲੱਗੀ ਹੋਵੇਗੀ। ਮੇਰੀ ਗੱਲ ਸੁਣ ਕੇ ਉਹ ਚੁੱਪ ਹੋ ਗਈ ਸੀ। ਪਾਪਾ ਨੇ ਕੁੜੀ ਨੂੰ ਰਾਤ ਦਾ ਸਮਾਂ ਦੇ ਦਿੱਤਾ ਤੇ ਕਿਹਾ, ਜੇ ਰੱਬ ਨੇ ਚਾਹਿਆ ਤਾਂ ਸਵੇਰ ਤੱਕ ਤੂੰ ਬਿਲਕੁਲ ਠੀਕ ਹੋ ਜਾਵੇਂਗੀ। ਉਸ ਕੁੜੀ ਦੀ ਮਾਂ ਨੇ ਪਿਤਾ ਨੂੰ ਅਸੀਸਾਂ ਦਿੱਤੀਆਂ ਤੇ ਚਲੀ ਗਈ। ਮੈਂ ਸੋਚਾਂ ਵਿੱਚ ਗੁਆਚ ਗਈ ਕਿ ਹੁਣ ਤੱਕ ਸਿਰਫ ਜਵਾਨ ਕੁੜੀਆਂ ਹੀ ਪਾਪਾ ਕੋਲ ਇਲਾਜ ਲਈ ਕਿਉਂ ਆਉਂਦੀਆਂ ਹਨ। ਮੈਂ ਪਿਤਾ ਨੂੰ ਕਿਹਾ, ਪਾਪਾ ਇਹ ਗੁਰਦੇ ਦੀ ਪੱਥਰੀ ਸਿਰਫ ਜਵਾਨ ਕੁੜੀਆਂ ਨੂੰ ਹੀ ਕਿਉਂ ਹੁੰਦੀ ਹੈ? ਮੈਂ ਕਦੇ ਵੀ ਕਿਸੇ ਵੱਡੀ ਉਮਰ ਦੀ ਔਰਤ ਨੂੰ ਤੁਹਾਡੇ ਕੋਲ ਇਲਾਜ ਲਈ ਆਉਂਦੇ ਨਹੀਂ ਦੇਖਿਆ ਹੈ। ਪਾਪਾ ਮੇਰੀ ਗੱਲ ਸੁਣ ਕੇ ਹੈਰਾਨ ਰਹਿ ਗਏ ਤੇ ਬੋਲੇ, ਜੋਤੀ, ਮੈਂ ਵੇਖ ਰਿਹਾ ਹਾਂ ਕਿ ਤੇਰੀ ਜ਼ੁਬਾਨ ਬਹੁਤ ਚੱਲਣ ਲੱਗ ਪਈ ਹੈ। ਮੈਂ ਹੱਸ ਕੇ ਕਿਹਾ, ਮੈਂ ਤੁਹਾਡਾ ਖਾਸ ਤੇਲ ਆਪਣੀ ਜ਼ੁਬਾਨ ਤੇ ਲਾਉਂਦੀ ਹਾਂ। ਪਾਪਾ ਪਾਣੀ ਪੀ ਰਿਹਾ ਸੀ ਤੇ ਗੁੱਸੇ ਨਾਲ ਉਹ ਗਲਾਸ ਕੰਧ ਨਾਲ ਮਾਰ ਦਿੱਤਾ। ਗਲਾਸ ਤੇ ਕਈ ਟੋਟੇ ਹੋ ਗਏ ਸੀ। ਜਦੋਂ ਕਿ ਮੈਂ ਅੰਦਰੋਂ ਬਹੁਤ ਡਰ ਗਈ ਸੀ। ਮੈਂ ਜਲਦੀ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਸੀ। ਮੈਂ ਚੁੱਪਚਾਪ ਬੈਠੀ ਸੀ ਕਿ ਪਤਾ ਨਹੀਂ ਅੱਜ ਉਹਨਾਂ ਨੂੰ ਕੀ ਹੋ ਗਿਆ ਹੈ ਤੇ ਮੈਂ ਰੋ ਪਈ ਸੀ। ਕੁਝ ਦੇਰ ਬਾਅਦ ਪਾਪਾ ਮੇਰੇ ਕਮਰੇ ਵਿੱਚ ਆਏ ਤੇ ਮੈਨੂੰ ਗਲੇ ਨਾਲ ਲਾ ਕੇ ਪਿਆਰ ਕਰਨ ਲੱਗ ਪਏ ਤੇ ਕਹਿਣ ਲੱਗੇ, ਜੋਤੀ, ਮੇਰੇ ਕੰਮ ਦੀ ਗੱਲ ਨਾ ਕਰਿਆ ਕਰੋ, ਮੈਨੂੰ ਇਹ ਪਸੰਦ ਨਹੀਂ ਹੈ। ਮੈਂ ਰੋਂਦੀ ਹੋਈ ਨੇ ਪਾਪਾ ਨਾਲ ਵਾਅਦਾ ਕੀਤਾ ਕਿ ਮੈਂ ਤੁਹਾਡੇ ਕੰਮ ਵਿੱਚ ਕਦੇ ਵੀ ਦਖਲ ਨਹੀਂ ਦੇਵਾਂਗੀ। ਮੈਂ ਪਾਪਾ ਤੋਂ ਡਰਦੀ ਨੇ ਫੈਸਲਾ ਕਰ ਲਿਆ ਸੀ ਕਿ ਮੈਂ ਉਸਦੇ ਕੰਮ ਵਿੱਚ ਕਦੇ ਵੀ ਕੋਈ ਗੱਲ ਨਹੀਂ ਕਰਾਂਗੀ। ਪਰ ਉਹਨਾਂ ਨੇ ਮੈਨੂੰ ਹੈਰਾਨ ਕਰ ਦਿੱਤਾ ਸੀ। ਇਨਸਾਨ ਦੀ ਤਾਂ ਆਦਤ ਹੁੰਦੀ ਹੈ ਕਿ ਉਸਨੂੰ ਜਿਸ ਕੰਮ ਤੋਂ ਮਨਾ ਕੀਤਾ ਜਾਂਦਾ ਹੈ ਉਹੀ ਕੰਮ ਉਹ ਕਰਦਾ ਹੈ। ਮੈਂ ਵੀ ਆਪਣੇ ਦਿਲ ਵਿੱਚ ਫੈਸਲਾ ਕਰ ਲਿਆ ਸੀ ਕਿ ਮੈਂ ਆਪਣੇ ਪਿਤਾ ਦੇ ਇਲਾਜ ਦਾ ਤਰੀਕਾ ਜਾਣ ਕੇ ਰਹਾਂਗੀ। ਹੋ ਸਕਦਾ ਹੈ ਕਿ ਅਸੀਂ ਦੋਵੇਂ ਪਿਓ ਧੀ ਮਿਲ ਕੇ ਇਸ ਕੰਮ ਨੂੰ ਹੋਰ ਅੱਗੇ ਵਧਾ ਸਕੀਏ। ਜਦੋਂ ਰਾਤ ਹੋਈ ਤਾਂ ਉਹੀ ਸੋਹਣੀ ਕੁੜੀ ਆਈ ਤੇ ਕਮਰੇ ਵਿੱਚ ਚਲੀ ਗਈ। ਫਿਰ 15 ਮਿੰਟਾਂ ਬਾਅਦ ਪਾਪਾ ਬਾਹਰ ਆਏ ਤਾਂ ਉਹਨਾਂ ਨੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ ਤੇ ਚਾਬੀ ਆਪਣੇ ਕੋਲ ਰੱਖ ਕੇ ਸੌਣ ਲਈ ਲੇਟ ਗਏ। ਉਹ ਸਾਰਾ ਦਿਨ ਦੇ ਥੱਕੇ ਹੋਏ ਸੀ, ਇਸ ਲਈ ਉਹ ਜਲਦੀ ਸੌਂ ਜਾਂਦਾ ਸੀ। ਕੁਝ ਦੇਰ ਬਾਅਦ ਹੀ ਪਾਪਾ ਦੇ ਕਮਰੇ ਵਿੱਚੋਂ ਖਰਾਟਿਆਂ ਦੀ ਆਵਾਜ਼ ਆਉਣ ਲੱਗੀ। ਮੇਰੇ ਦਿਲ ਵਿੱਚ ਖਿਆਲ ਆਇਆ ਕਿ ਕਿਉਂ ਨਾ ਮੈਂ ਆਪਣੇ ਪਾਪਾ ਕੋਲੋਂ ਚਾਬੀ ਚੁੱਕ ਕੇ ਉਸ ਕੁੜੀ ਦੇ ਕੋਲ ਜਾ ਕੇ ਬੈਠ ਜਾਵਾਂ। ਉਹ ਥੋੜੀ ਉਮਰ ਦੀ ਹੈ, ਕੀ ਪਤਾ ਉਹ ਡਰਦੀ ਨਾ ਹੋਵੇ। ਮੈਂ ਚੋਰੀ ਛਿਪੇ ਜਾ ਕੇ ਆਪਣੇ ਪਾਪਾ ਦੇ ਸਿਰਹਾਣੇ ਹੇਠੋਂ ਚਾਬੀ ਚੁੱਕ ਲਈ। ਮੈਂ ਬਹੁਤ ਖੁਸ਼ ਸੀ ਤੇ ਫਿਰ ਮੈਂ ਜਲਦੀ ਨਾਲ ਸ਼ਾਂਤ ਕਦਮਾਂ ਨਾਲ ਕਮਰੇ ਤੋਂ ਬਾਹਰ ਆ ਗਈ ਸੀ। ਹੁਣ ਮੈਂ ਆਪਣੇ ਪਾਪਾ ਦੇ ਕਲੀਨਿਕ ਵੱਲ ਜਾ ਰਹੀ ਸੀ। ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰਾ ਪਾਪਾ ਆਰਾਮ ਨਾਲ ਸੌਂ ਰਿਹਾ ਸੀ। ਮੈਂ ਹੌਲੀ-ਹੌਲੀ ਅੱਗੇ ਵਧਣ ਲੱਗੀ ਤੇ ਜਿਵੇਂ ਹੀ ਮੈਂ ਅੱਗੇ ਵਧੀ ਤਾਂ ਕਿਸੇ ਨੇ ਮੈਨੂੰ ਮੇਰੀ ਬਾਂਹ ਤੋਂ ਫੜ ਕੇ ਆਪਣੇ ਵੱਲ ਖਿੱਚ ਲਿਆ। ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਚੁੱਕੀ ਸੀ। ਮੇਰਾ ਨਾਮ ਜੋਤੀ ਹੈ। ਮੈਂ 7 ਸਾਲ ਦੀ ਸੀ ਜਦੋਂ ਮੇਰੀ ਮਾਂ-ਪਿਤਾ ਨਾਲ ਹਾਦਸਾ ਹੋਇਆ ਸੀ। ਮੇਰੀ ਮਾਂ ਦੀ ਮੌਤ ਹੋ ਗਈ ਸੀ ਤੇ ਪਿਤਾ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਮਾਂ ਦੀ ਮੌਤ ਤੋਂ ਬਾਅਦ ਪਿਤਾ ਵੀ ਹੁਣ ਕੰਮ ਕਰਨ ਦੀ ਹਾਲਤ ਵਿੱਚ ਨਹੀਂ ਸੀ। ਹਾਦਸੇ ਦੌਰਾਨ ਸੱਟਾਂ ਹੀ ਇੰਨੀਆਂ ਲੱਗ ਗਈਆਂ ਸੀ, ਇੰਜ ਲੱਗਾ ਜਿਵੇਂ ਕਿਸੇ ਨੇ ਸਾਡੀਆਂ ਖੁਸ਼ੀਆਂ ਖੋਹ ਲਈਆਂ ਹੋਣ। ਹੁਣ ਹਰ ਰੋਜ਼ ਮਕਾਨ ਮਾਲਕ ਵੀ ਘਰ ਆ ਕੇ ਆਪਣਾ ਕਿਰਾਇਆ ਮੰਗਦਾ ਸੀ ਤਾਂ ਪਾਪਾ ਹੱਥ ਜੋੜ ਕੇ ਸਮਾਂ ਵਧਾਉਣ ਦੀ ਮੰਗ ਕਰਦੇ ਸੀ।
ਮਾਲਕ ਨੇ ਪਿਤਾ ਨੂੰ ਕਿਹਾ, ਜਾਂ ਤਾਂ ਤੁਸੀਂ ਕਿਰਾਇਆ ਦੇ ਦੇਵੋ, ਨਹੀਂ ਤਾਂ ਮਕਾਨ ਖਾਲੀ ਕਰ ਦੇਵੋ। ਪਾਪਾ ਜੀ ਰੋਂਦੇ ਹੋਏ ਸਮਾਂ ਮੰਗ ਰਹੇ ਸੀ। ਮੈਂ ਇਹ ਸਭ ਰਸੋਈ ਦੇ ਦਰਵਾਜ਼ੇ ਵਿੱਚੋਂ ਦੇਖ ਰਹੀ ਸੀ। ਮੈਂ ਕੰਬਣ ਲੱਗ ਪਈ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ। ਮੇਰੇ ਪਿਤਾ ਗੰਦੇ ਮਕਾਨ ਮਾਲਕ ਅੱਗੇ ਮਿੰਨਤਾਂ ਕਰਦੇ ਸੀ, ਪਰ ਉਹ ਉਹਨਾਂ ਦੀ ਨਹੀਂ ਸੁਣ ਰਹੇ ਸੀ। ਹੁਣ ਅਸੀਂ ਕਿੱਥੇ ਜਾਵਾਂਗੇ? ਮੈਂ ਹਰ ਵੇਲੇ ਰੋਂਦੀ ਰਹਿੰਦੀ ਸੀ ਤੇ ਆਪਣੀ ਮਾਂ ਨੂੰ ਵੀ ਯਾਦ ਕਰਦੀ ਸੀ। ਤਾਂ ਮੇਰੇ ਪਿਤਾ ਨੂੰ ਮਕਾਨ ਮਾਲਕ ਨੇ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਮੈਂ ਦੂਰ ਖੜੀ ਸੀ, ਪਰ ਫਿਰ ਵੀ ਮੇਰੇ ਪਿਤਾ ਦੀ ਤਕਲੀਫ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ। ਮਕਾਨ ਮਾਲਕ ਨੇ ਪਿਤਾ ਨੂੰ ਕਾਲਰ ਤੋਂ ਫੜ ਕੇ ਘਰੋਂ ਬਾਹਰ ਕੱਢ ਦਿੱਤਾ। ਅਸੀਂ ਘਰ ਛੱਡ ਕੇ ਨਵੇਂ ਇਲਾਕੇ ਵਿੱਚ ਵਸ ਗਏ। ਇੱਥੇ ਆਉਂਦਿਆਂ ਹੀ ਪਾਪਾ ਦੇ ਹੱਥ ਪਤਾ ਨਹੀਂ ਕਿੱਥੋਂ ਜਾਦੂ ਦਾ ਤੇਲ ਆ ਗਿਆ ਕਿ ਸਾਡੀ ਤਾਂ ਜ਼ਿੰਦਗੀ ਹੀ ਪੂਰੀ ਤਰ੍ਹਾਂ ਬਦਲ ਗਈ ਸੀ। ਪਾਪਾ ਨੇ ਹੌਲੀ-ਹੌਲੀ ਆਪਣਾ ਘਰ ਵੀ ਖਰੀਦ ਲਿਆ ਸੀ। ਸਾਡੇ ਤਾਂ ਦਿਨ ਹੀ ਫਿਰ ਗਏ ਸੀ। ਬਹੁਤ ਲੋਕ ਪਾਪਾ ਨੂੰ ਜਾਣਨ ਲੱਗ ਪਏ ਸੀ ਤੇ ਪਾਪਾ ਦੂਰ-ਦੂਰ ਤੱਕ ਮਸ਼ਹੂਰ ਹੋ ਗਏ ਸੀ। ਪਰ ਅੱਜ ਤੱਕ ਮਕਾਨ ਮਾਲਕ ਦੀਆਂ ਉਹ ਗੱਲਾਂ ਮੇਰੇ ਕੰਨਾਂ ਵਿੱਚ ਸੁਣਾਈ ਦਿੰਦੀਆਂ ਸਨ ਜੋ ਉਸਨੇ ਮੇਰੇ ਪਿਤਾ ਨੂੰ ਕਹੀਆਂ ਸੀ। ਉਸ ਸਮੇਂ ਪਿਤਾ ਦੇ ਹਾਸੇ ਕਾਰਨ ਕਮਜ਼ੋਰ ਸੀ ਤੇ ਉਹਨਾਂ ਦੇ ਹੱਥਾਂ ਵਿੱਚ ਤਾਕਤ ਨਹੀਂ ਸੀ, ਪਰ ਅੱਜ ਉਹਨਾਂ ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਤਾਕਤ ਸੀ ਤੇ ਮੈਨੂੰ ਅੱਜ ਇਸ ਗੱਲ ਦਾ ਅਹਿਸਾਸ ਹੋਇਆ ਸੀ। ਮੈਂ ਤਾਲੇ ਵਿੱਚ ਚਾਬੀ ਪਾਉਣ ਲੱਗੀ ਤਾਂ ਕਿਸੇ ਨੇ ਮੈਨੂੰ ਫੜ ਕੇ ਆਪਣੇ ਵੱਲ ਖਿੱਚ ਲਿਆ। ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰਾ ਪਾਪਾ ਉੱਥੇ ਖੜੇ ਸੀ ਤੇ ਮੈਨੂੰ ਗੁੱਸੇ ਨਾਲ ਵੇਖ ਰਹੇ ਸੀ। ਉਹਨਾਂ ਨੇ ਮੇਰੀ ਗੱਲ ਤੇ ਇੰਨੀ ਜ਼ੋਰ ਨਾਲ ਥੱਪੜ ਮਾਰਿਆ ਕਿ ਮੈਂ ਜ਼ਮੀਨ ਤੇ ਡਿੱਗ ਪਈ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਤੇ ਮੈਂ ਬਿਨਾਂ ਕੁਝ ਸੁਣੇ ਕਮਰੇ ਵਿੱਚ ਚਲੀ ਗਈ ਸੀ। ਅੱਜ ਮੇਰਾ ਦਿਲ ਬਹੁਤ ਬੁਰੀ ਤਰ੍ਹਾਂ ਟੁੱਟ ਗਿਆ ਸੀ। ਪਾਪਾ ਨੂੰ ਇਹ ਸਭ ਨਹੀਂ ਕਰਨਾ ਚਾਹੀਦਾ ਸੀ। ਉਸ ਨੂੰ ਮੇਰੇ ਤੇ ਹੱਥ ਨਹੀਂ ਚੁੱਕਣਾ ਚਾਹੀਦਾ ਸੀ। ਮੈਂ ਰੋ ਰਹੀ ਸੀ ਤੇ ਨਾਲ ਹੀ ਮੈਂ ਆਪਣੇ ਦਿਲ ਵਿੱਚ ਪਾਪਾ ਨੂੰ ਕਹਿ ਰਹੀ ਸੀ ਕਿ ਤੁਸੀਂ ਇਹ ਸਭ ਕੁਝ ਠੀਕ ਨਹੀਂ ਕੀਤਾ। ਮੇਰੇ ਮਨ ਵਿੱਚ ਇੱਕ ਖਿਆਲ ਆਇਆ ਕਿ ਸ਼ਾਇਦ ਪਾਪਾ ਦਾ ਇਸ ਕਮਰੇ ਵਿੱਚ ਕੋਈ ਵੱਡਾ ਰਾਜ਼ ਛੁਪਿਆ ਹੋਇਆ ਹੈ। ਉਹ ਸ਼ਾਇਦ ਡਰ ਰਹੇ ਹਨ ਕਿ ਮੈਨੂੰ ਅਸਲੀਅਤ ਦਾ ਪਤਾ ਨਾ ਲੱਗ ਜਾਵੇ। ਮੈਂ ਫੈਸਲਾ ਕੀਤਾ ਕਿ ਮੈਂ ਪਾਪਾ ਦੀ ਅਸਲੀਅਤ ਜਾਣ ਕੇ ਰਹਾਂਗੀ ਤੇ ਪਾਪਾ ਦੇ ਸਾਹਮਣੇ ਪੂਰੀ ਤਰ੍ਹਾਂ ਆਮ ਰਹਾਂਗੀ ਤਾਂ ਕਿ ਉਹਨਾਂ ਨੂੰ ਮੇਰੇ ਤੇ ਕਿਸੇ ਕਿਸਮ ਦਾ ਸ਼ੱਕ ਨਾ ਹੋਵੇ। ਜਦੋਂ ਸਵੇਰ ਹੋਈ ਤਾਂ ਉਹ ਕਮਰੇ ਵਿੱਚ ਆਏ ਤਾਂ ਉਹਨਾਂ ਦੀਆਂ ਅੱਖਾਂ ਸੁੱਜੀਆਂ ਹੋਈਆਂ ਸੀ। ਇੰਜ ਲੱਗਦਾ ਸੀ ਜਿਵੇਂ ਉਹ ਸਾਰੀ ਰਾਤ ਸੁੱਤੇ ਨਾ ਹੋਣ। ਉਹ ਹੱਥ ਜੋੜ ਕੇ ਮੇਰੇ ਸਾਹਮਣੇ ਖੜੇ ਹੋਏ ਤੇ ਬੋਲੇ, ਮੇਰੀ ਧੀ, ਆਪਣੇ ਪਾਪਾ ਨੂੰ ਮਾਫ ਕਰ ਦਿਓ। ਮੈਂ ਜਾਣਦਾ ਹਾਂ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ, ਪਰ ਤੂੰ ਨਹੀਂ ਜਾਣਦੀ ਕਿ ਇਲਾਜ ਕਰਨ ਵਾਲਿਆਂ ਦੇ ਕੁਝ ਅਸੂਲ ਹੁੰਦੇ ਹਨ ਤੇ ਸਭ ਤੋਂ ਮਹੱਤਵਪੂਰਨ ਅਸੂਲ ਇਹ ਹੈ ਕਿ ਮਰੀਜ਼ ਨੂੰ ਨਿਜਤਾ ਦਿੱਤੀ ਜਾਣੀ ਚਾਹੀਦੀ ਹੈ। ਮੈਂ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਤੁਸੀਂ ਮੈਨੂੰ ਹਿੰਮਤ ਦੇਣ ਦੀ ਬਜਾਏ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇ ਤੁਸੀਂ ਇਹ ਸਭ ਕਰੋਗੇ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਲੋਕਾਂ ਦਾ ਇਲਾਜ ਕਰਨ ਤੋਂ ਹੱਥ ਪਿੱਛੇ ਖਿੱਚ ਲਵਾਂਗਾ ਤੇ ਫਿਰ ਤੁਸੀਂ ਇਸ ਸਭ ਦੇ ਜ਼ਿੰਮੇਵਾਰ ਹੋਵੋਗੇ। ਫਿਰ ਇਹ ਵੀ ਯਾਦ ਰੱਖਣਾ ਕਿ ਸਾਨੂੰ ਇੱਕ ਵਾਰ ਫਿਰ ਗਰੀਬੀ ਦਾ ਸਾਹਮਣਾ ਕਰਨਾ ਪਵੇਗਾ ਤੇ ਹਰ ਚੀਜ਼ ਲਈ ਤਰਸਣਾ ਪਵੇਗਾ। ਕੀ ਤੁਸੀਂ ਇਸ ਦੇ ਲਈ ਤਿਆਰ ਹੋ? ਮੈਂ ਨਾ ਵਿੱਚ ਸਿਰ ਹਿਲਾਇਆ। ਮੈਂ ਕਿਹਾ, ਪਾਪਾ, ਅੱਜ ਤੋਂ ਬਾਅਦ ਤੁਹਾਨੂੰ ਮੇਰੇ ਪਾਸੋਂ ਕੋਈ ਸ਼ਿਕਾਇਤ ਨਹੀਂ ਹੋਵੇਗੀ, ਇਸ ਲਈ ਤੁਸੀਂ ਆਪਣਾ ਕੰਮ ਜਾਰੀ ਰੱਖੋ। ਪਾਪਾ ਖੁਸ਼ ਸੀ, ਇਸ ਲਈ ਮੈਂ ਵੀ ਸੋਚ ਲਿਆ ਸੀ ਜਿਵੇਂ ਕੰਮ ਚੱਲ ਰਿਹਾ ਹੈ ਚੱਲਣ ਦਿਆਂਗੀ। ਮੈਨੂੰ ਲੱਗਾ ਪਾਪਾ ਨੂੰ ਤੰਗ ਕਰਨਾ ਸਹੀ ਨਹੀਂ ਹੈ, ਕਿਉਂਕਿ ਪਾਪਾ ਸਹੀ ਸੀ ਕਿ ਇਲਾਜ ਦੀ ਥਾਂ ਤੇ ਨਿਜਤਾ ਰੱਖਣੀ ਜ਼ਰੂਰੀ ਹੈ। ਮੈਂ ਆਪਣੇ ਦਿਲ ਤੇ ਦਿਮਾਗ ਵਿੱਚੋਂ ਸ਼ੱਕ ਖਤਮ ਕਰ ਦਿੱਤਾ ਸੀ, ਪਰ ਮੈਨੂੰ ਨਹੀਂ ਸੀ ਪਤਾ ਕਿ ਆਉਣ ਵਾਲੇ ਸਮੇਂ ਵਿੱਚ ਅਜਿਹਾ ਕੁਝ ਵਾਪਰੇਗਾ ਕਿ ਮੈਨੂੰ ਆਪਣੇ ਪਾਪਾ ਤੋਂ ਨਫ਼ਰਤ ਹੋ ਜਾਵੇਗੀ। ਇੱਕ ਹਫ਼ਤਾ ਬੀਤ ਗਿਆ ਸੀ। ਮੈਂ ਆਪਣੇ ਪਾਪਾ ਨੂੰ ਪਰੇਸ਼ਾਨ ਨਹੀਂ ਕੀਤਾ। ਪਾਪਾ ਖੁਸ਼ ਸੀ, ਪਰ ਮੈਂ ਫਿਕਰਮੰਦ ਸੀ। ਸੋਹਣੇ ਚਿਹਰਿਆਂ ਵਾਲੀਆਂ ਕੁੜੀਆਂ ਪਾਪਾ ਤੋਂ ਇਲਾਜ ਕਰਵਾਉਣ ਆਉਂਦੀਆਂ ਸੀ, ਇਸ ਲਈ ਮੇਰੇ ਮਨ ਵਿੱਚ ਸ਼ੱਕ ਸੀ ਕਿ ਜਵਾਨ ਕੁੜੀਆਂ ਨੂੰ ਹੀ ਪੱਥਰੀ ਕਿਉਂ ਹੁੰਦੀ ਹੈ। ਜੇ ਮੇਰੇ ਪੇਟ ਵਿੱਚ ਥੋੜਾ ਜਿਹਾ ਦਰਦ ਹੁੰਦਾ ਸੀ ਤਾਂ ਇਹੋ ਡਰ ਰਹਿੰਦਾ ਸੀ ਕਿ ਕਿਤੇ ਪੱਥਰੀ ਤਾਂ ਨਹੀਂ ਬਣ ਗਈ ਹੈ। ਇਹੀ ਸੋਚ ਕੇ ਮੈਂ ਰੋਂਦੀ ਰਹਿੰਦੀ ਸੀ ਤੇ ਰੱਬ ਤੋਂ ਮਾਫੀ ਮੰਗਦੀ ਸੀ, ਪਰ ਇਸ ਦਰਦ ਨੇ ਮੈਨੂੰ ਜਕੜ ਲਿਆ ਸੀ। ਅੱਜ ਵੀ ਮੇਰੇ ਪੇਟ ਵਿੱਚ ਦਰਦ ਹੋ ਰਿਹਾ ਸੀ। ਮੈਂ ਪਾਪਾ ਦਾ ਇੰਤਜ਼ਾਰ ਕਰ ਕਰਕੇ ਥੱਕ ਗਈ ਸੀ। ਉਹ ਕਿਸੇ ਕੰਮ ਦੇ ਲਈ ਬਾਹਰ ਗਏ ਹੋਏ ਸੀ, ਪਰ ਅਜੇ ਤੱਕ ਵਾਪਸ ਨਹੀਂ ਆਏ ਸੀ। ਮੈਂ ਡਰ ਨਾਲ ਬੇਵੱਸ ਸੀ। ਮੈਂ ਚਾਹੁੰਦੀ ਸੀ ਕਿ ਪਾਪਾ ਜਲਦੀ ਵਾਪਸ ਆ ਕੇ ਮੈਨੂੰ ਡਾਕਟਰ ਕੋਲ ਲੈ ਕੇ ਜਾਣ, ਕਿਉਂਕਿ ਮੇਰੇ ਤੋਂ ਦਰਦ ਬਰਦਾਸ਼ਤ ਨਹੀਂ ਹੋ ਰਿਹਾ ਸੀ। ਮੈਂ ਫਿਰ ਉੱਠ ਕੇ ਪਾਪਾ ਦੇ ਖਾਸ ਕਮਰੇ ਵਿੱਚ ਚਲੀ ਗਈ, ਜਿੱਥੇ ਉਹ ਔਰਤਾਂ ਦੀ ਪੱਥਰੀ ਦਾ ਖਾਸ ਇਲਾਜ ਕਰਦੇ ਸੀ। ਮੈਨੂੰ ਬਹੁਤ ਦਰਦ ਮਹਿਸੂਸ ਹੋ ਰਿਹਾ ਸੀ। ਮੈਨੂੰ ਕੁਝ ਦਿਖਾਈ ਨਹੀਂ ਦਿੱਤਾ ਤੇ ਮੈਂ ਕਮਰਾ ਬੰਦ ਕਰਨ ਤੋਂ ਬਾਅਦ ਆਪਣੀ ਧੁੰਨੀ ਵਿੱਚ ਤੇਲ ਦੀਆਂ 3 ਬੂੰਦਾਂ ਪਾ ਲਈਆਂ ਤੇ ਕੋਨੇ ਵਿੱਚ ਆਰਾਮ ਨਾਲ ਲੰਮੇ ਪੈ ਗਈ। ਅਜੇ 10-15 ਮਿੰਟ ਵੀ ਨਹੀਂ ਹੋਏ ਸੀ
ਕਿ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ ਤੇ ਮੈਨੂੰ ਆਪਣੇ ਪਾਪਾ ਦਾ ਥੱਪੜ ਵੀ ਯਾਦ ਆ ਗਿਆ ਸੀ। ਮੈਂ ਫਿਰ ਕਮਰੇ ਵਿੱਚ ਹੀ ਲੁਕ ਗਈ ਸੀ। ਪਾਪਾ ਕਮਰੇ ਵਿੱਚ ਆਏ ਤੇ ਉਸਦੇ ਪਿੱਛੇ ਮੈਨੂੰ ਕਿਸੇ ਹੋਰ ਦੇ ਪੈਰਾਂ ਦੀ ਆਵਾਜ਼ ਵੀ ਸੁਣਾਈ ਦਿੱਤੀ ਸੀ। ਪਾਪਾ ਨੇ ਕਿਹਾ, ਤੈਨੂੰ ਪਤਾ ਨਹੀਂ, ਤੈਨੂੰ ਇੱਥੋਂ ਹੀ ਕੁੜੀ ਮਿਲ ਜਾਵੇਗੀ। ਤੈਨੂੰ ਰਾਤ ਦੇ 10 ਵਜੇ ਤੱਕ ਕਮਰੇ ਵਿੱਚ ਪਹੁੰਚਣਾ ਪਵੇਗਾ। ਮੈਨੂੰ ਲੱਗਾ ਕਿਤੇ ਮੈਂ ਸੁਪਨੇ ਤਾਂ ਨਹੀਂ ਦੇਖ ਰਹੀ ਹਾਂ। ਮੇਰਾ ਪਾਪਾ ਇਲਾਜ ਦੇ ਬਹਾਨੇ ਕੁੜੀਆਂ ਵੇਚਦਾ ਸੀ। ਉਹ ਸਾਰੇ ਸੋਹਣੇ ਚਿਹਰੇ ਮੇਰੇ ਸਾਹਮਣੇ ਘੁੰਮ ਰਹੇ ਸੀ ਕਿ ਉਹ ਸਾਰੀਆਂ ਕੁੜੀਆਂ ਮੇਰੇ ਪਾਪਾ ਦਾ ਸ਼ਿਕਾਰ ਹੋ ਗਈਆਂ ਹਨ। ਪਾਪਾ ਇਹ ਸਭ ਗੱਲਾਂ ਕਰਕੇ ਕਮਰੇ ਵਿੱਚੋਂ ਬਾਹਰ ਨਿਕਲ ਗਿਆ। ਕਮਰੇ ਦੇ ਵਿੱਚ ਹਨੇਰਾ ਸੀ, ਸ਼ਾਇਦ ਇਸ ਲਈ ਉਹਨਾਂ ਨੇ ਮੈਨੂੰ ਨਹੀਂ ਦੇਖਿਆ ਸੀ। ਮੈਂ ਵੀ ਫਿਰ ਚੋਰੀ ਛੁਪੇ ਕਮਰੇ ਵਿੱਚੋਂ ਬਾਹਰ ਆ ਕੇ ਆਪਣੇ ਕਮਰੇ ਵਿੱਚ ਚਲੀ ਗਈ ਸੀ। ਰਾਤ ਨੂੰ ਪਾਪਾ ਮੇਰੇ ਕੋਲ ਆਏ ਤੇ ਕਹਿਣ ਲੱਗੇ, ਕੀ ਗੱਲ ਹੈ, ਅੱਜ ਤੂੰ ਬਾਹਰ ਨਹੀਂ ਆਈ ਸੀ? ਪਰ ਮੈਨੂੰ ਪਾਪਾ ਦੇ ਵਜੂਦ ਤੋਂ ਨਫ਼ਰਤ ਹੋਣ ਲੱਗੀ ਸੀ। ਮੈਂ ਕਿਹਾ, ਮੇਰੀ ਸਿਹਤ ਠੀਕ ਨਹੀਂ ਹੈ। ਪਾਪਾ ਘਬਰਾ ਗਏ ਤੇ ਬੋਲੇ, ਕੀ ਹੋਇਆ ਹੈ? ਮੈਂ ਤੈਨੂੰ ਡਾਕਟਰ ਕੋਲ ਲੈ ਜਾਂਦਾ ਹਾਂ। ਮੈਂ ਕਿਹਾ, ਨਹੀਂ, ਹੁਣ ਮੈਂ ਠੀਕ ਹਾਂ ਤੇ ਮੈਂ ਚਾਦਰ ਲੈ ਕੇ ਲੰਮੀ ਪੈ ਗਈ। ਉਸ ਰਾਤ ਮੈਨੂੰ ਨੀਂਦ ਨਾ ਆਈ ਤੇ ਮੈਂ ਸਾਰੀ ਰਾਤ ਪਾਸੇ ਮਾਰਦੀ ਰਹੀ। ਮੈਂ ਫੈਸਲਾ ਕਰ ਲਿਆ ਸੀ ਕਿ ਜੋ ਕੁਝ ਹੋ ਗਿਆ ਹੈ ਉਸ ਨੂੰ ਤਾਂ ਨਹੀਂ ਬਦਲ ਸਕਦੀ, ਕਿਉਂ ਨਾ ਅੱਗੇ ਕੁਝ ਗਲਤ ਨਾ ਹੋਣ ਦੇਵਾਂ। ਪਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕਰਾਂ ਤੇ ਕਿਵੇਂ ਕਰਾਂ। ਦੁਪਹਿਰ ਨੂੰ ਇੱਕ ਕੁੜੀ ਆਪਣੀ ਭੈਣ ਨਾਲ ਆਈ ਤੇ ਬੋਲੀ, ਮੇਰੇ ਪੇਟ ਵਿੱਚ ਪੱਥਰੀ ਹੈ, ਮੈਂ ਇਸ ਦਾ ਇਲਾਜ ਕਰਵਾਉਣਾ ਹੈ। ਪਾਪਾ ਕਮਰੇ ਵਿੱਚ ਚਾਹ ਪੀ ਰਹੇ ਸੀ ਤਾਂ ਮੈਂ ਉਸ ਕੁੜੀ ਦੇ ਕੋਲ ਆ ਕੇ ਬੈਠ ਗਈ ਤੇ ਕਿਹਾ, ਮੇਰੇ ਪਾਪਾ ਕੋਲ ਇਲਾਜ ਕਰਵਾਉਣ ਨਾ ਆਉਣਾ, ਉਹ ਧੋਖੇਬਾਜ਼ ਹਨ। ਉਹ ਕੁੜੀ ਦੇ ਚਿਹਰੇ ਤੇ ਡਰ ਫੈਲ ਗਿਆ ਸੀ ਤੇ ਉਹ ਕੁੜੀ ਤੈਅ ਕੀਤੇ ਸਮੇਂ ਤੇ ਨਾ ਆਈ। ਮੈਨੂੰ ਬੜੀ ਖੁਸ਼ੀ ਹੋਈ ਕਿ ਮੇਰੀ ਵਜ੍ਹਾ ਕਰਕੇ ਕਿਸੇ ਕੁੜੀ ਦੀ ਇੱਜ਼ਤ ਬਚ ਗਈ ਹੈ। ਮੈਂ ਲੰਮੇ ਪਈ ਹੋਈ ਸੀ ਕਿ ਮੈਨੂੰ ਬਾਹਰੋਂ ਪਾਪਾ ਨਾਲ ਕਿਸੇ ਆਦਮੀ ਦੇ ਲੜਨ ਝਗੜਨ ਦੀ ਆਵਾਜ਼ ਆ ਰਹੀ ਸੀ। ਉਹ ਪਾਪਾ ਤੋਂ ਪੈਸੇ ਵਾਪਸ ਮੰਗ ਰਿਹਾ ਸੀ, ਪਰ ਪਾਪਾ ਜਿੱਦ ਤੇ ਅੜੇ ਹੋਏ ਸੀ ਕਿ ਉਹ ਕੁੜੀ ਨਹੀਂ ਆਈ। ਇਸ ਵਿੱਚ ਮੇਰਾ ਕੀ ਕਸੂਰ ਹੈ? ਉਹ ਆਦਮੀ ਕਾਫੀ ਗੁੱਸੇ ਵਿੱਚ ਲੱਗ ਰਿਹਾ ਸੀ। ਆਖਰ ਮੇਰੇ ਪਾਪਾ ਨੇ ਹਾਰ ਮੰਨ ਲਈ ਤੇ ਉਸ ਆਦਮੀ ਨੂੰ ਪੈਸੇ ਵਾਪਸ ਕਰ ਦਿੱਤੇ ਸੀ। ਪਰ ਜਦੋਂ ਪਾਪਾ ਕਮਰੇ ਵਿੱਚ ਆਏ ਤਾਂ ਮੈਂ ਕਿਹਾ, ਪਾਪਾ, ਇਹ ਆਦਮੀ ਕੌਣ ਸੀ? ਉਹ ਤੁਹਾਡੇ ਨਾਲ ਝਗੜਾ ਕਿਉਂ ਕਰ ਰਿਹਾ ਸੀ? ਪਾਪਾ ਬਹੁਤ ਡਰੇ ਹੋਏ ਲੱਗ ਰਹੇ ਸੀ। ਉਹ ਬੋਲੇ, ਕੁਝ ਨਹੀਂ ਹੋਇਆ, ਤੂੰ ਚੁੱਪ ਕਰਕੇ ਸੌਂ ਜਾ। ਮੈਂ ਉਸ ਦੀ ਗੱਲ ਮੰਨ ਲਈ ਸੀ। ਮੈਨੂੰ ਲੱਗਾ ਕਿ ਅੱਜ ਸ਼ਾਇਦ ਇਹ ਸਾਰਾ ਕੰਮ ਖਤਮ ਹੋ ਜਾਵੇਗਾ ਤੇ ਹੁਣ ਸਭ ਕੁਝ ਠੀਕ ਹੋ ਜਾਵੇਗਾ। ਪਰ ਇਹ ਸਿਰਫ ਮੇਰਾ ਇੱਕ ਖਿਆਲ ਹੀ ਸੀ। ਪਾਪਾ ਸੁਧਰਨ ਵਾਲੇ ਨਹੀਂ ਸੀ। ਮੈਂ ਸੋਚਿਆ, ਹੁਣ ਮੈਂ ਪਾਪਾ ਨਾਲ ਸਾਫ਼-ਸਾਫ਼ ਗੱਲ ਕਰਾਂਗੀ ਤੇ ਉਹਨਾਂ ਨੂੰ ਕਹਾਂਗੀ ਕਿ ਮੈਨੂੰ ਤੁਹਾਡੀ ਸੱਚਾਈ ਦਾ ਪਤਾ ਲੱਗ ਗਿਆ ਹੈ। ਹੁਣ ਇਹ ਸਭ ਕੁਝ ਨਹੀਂ ਚੱਲੇਗਾ। ਰਾਤ ਹੋਈ ਤਾਂ ਇੱਕ ਕੁੜੀ ਇਲਾਜ ਲਈ ਪਾਪਾ ਦੇ ਕੋਲ ਆਈ। ਮੈਂ ਕਮਰੇ ਵਿੱਚ ਲੁਕ ਕੇ ਉਸ ਨੂੰ ਦੇਖ ਰਹੀ ਸੀ। ਉਹ ਲਾੜੀ ਵਾਂਗ ਸੱਜੀ ਹੋਈ ਸੀ। ਅੱਜ ਮੌਕਾ ਸੀ ਕਿ ਪਾਪਾ ਦੇ ਸਾਹਮਣੇ ਜਾ ਕੇ ਖੜੀ ਹੋ ਜਾਵਾਂ ਤੇ ਉਸਦੇ ਕੰਮ ਦੀ ਹਕੀਕਤ ਪਤਾ ਕਰ ਲਵਾਂ। ਮੈਂ ਜਲਦੀ ਨਾਲ ਬਾਹਰ ਨਿਕਲੀ। ਪਾਪਾ ਮੈਨੂੰ ਵੇਖ ਕੇ ਘਬਰਾ ਗਏ ਸੀ। ਉਹ ਆਪਣੇ ਗੁਨਾਹਾਂ ਉੱਤੇ ਗੁੱਸੇ ਦੀ ਚਾਦਰ ਪਾਉਣ ਦੀ ਕੋਸ਼ਿਸ਼ ਕਰਨ ਲੱਗੇ ਸੀ ਤੇ ਬੋਲੇ, ਤੂੰ ਇੱਥੇ ਕੀ ਕਰ ਰਹੀ ਹੈ? ਦਫਾ ਹੋ ਜਾ ਆਪਣੇ ਕਮਰੇ ਵਿੱਚ। ਮੈਂ ਪਾਪਾ ਦੀ ਗੱਲ ਦਾ ਕੋਈ ਅਸਰ ਨਾ ਕੀਤਾ ਤੇ ਕਹਿਣ ਲੱਗੀ, ਹੁਣ ਇਹ ਲਾੜੀ ਕੌਣ ਹੈ? ਇਹ ਤਾਂ ਉਹੀ ਕੁੜੀ ਹੈ ਜੋ ਤੁਹਾਡੇ ਕੋਲ ਇਲਾਜ ਕਰਵਾਉਣ ਵਾਲੀ ਸੀ। ਫਿਰ ਇਸ ਨੂੰ ਕੀ ਹੋਇਆ ਕਿ ਇਹ ਲਾੜੀ ਬਣ ਕੇ ਆ ਗਈ ਹੈ? ਫਿਰ ਪਾਪਾ ਜਵਾਬ ਦੀ ਤਲਾਸ਼ ਵਿੱਚ ਇੱਧਰ ਉੱਧਰ ਵੇਖਣ ਲੱਗੇ ਸੀ ਤੇ ਬੋਲੇ, ਜੋਤੀ, ਜੋ ਕੁੜੀ ਲਾੜੀ ਬਣ ਕੇ ਆਉਂਦੀ ਹੈ ਉਹ ਛੇਤੀ ਠੀਕ ਹੋ ਜਾਂਦੀ ਹੈ। ਮੈਂ ਹੀ ਇਸ ਨੂੰ ਕਿਹਾ ਸੀ ਕਿ ਜਿਹੇ ਕੱਪੜੇ ਪਾ ਕੇ ਆਵੇ। ਮੈਂ ਬੋਲੀ, ਪਾਪਾ, ਮੈਨੂੰ ਲੱਗਦਾ ਮੇਰੀ ਸਾਰੀ ਜ਼ਿੰਦਗੀ ਝੂਠ ਤੇ ਬਤੀਤ ਹੋਣੀ ਹੈ। ਮੈਨੂੰ ਤੁਹਾਡੀ ਇੱਕ ਗੱਲ ਤੇ ਸ਼ੱਕ ਹੋ ਰਿਹਾ ਹੈ। ਮੈਨੂੰ ਨਹੀਂ ਪਤਾ ਕਿ ਮਾਂ ਦੇ ਮਰਨ ਤੋਂ ਬਾਅਦ ਤੁਸੀਂ ਮੇਰੀ ਪਰਵਰਿਸ਼ ਕਿਸ ਤਰ੍ਹਾਂ ਕੀਤੀ ਹੋਵੇਗੀ, ਕਿਵੇਂ ਮੈਨੂੰ ਪੜ੍ਹਾਇਆ ਲਿਖਾਇਆ ਹੋਵੇਗਾ। ਪਾਪਾ, ਤੁਸੀਂ ਜਾਣਦੇ ਹੋ, ਕੁਝ ਦਿਨ ਪਹਿਲਾਂ ਮੇਰੇ ਪੇਟ ਵਿੱਚ ਦਰਦ ਹੋਇਆ ਸੀ, ਜਿਵੇਂ ਮੇਰੇ ਪੇਟ ਵਿੱਚ ਵੀ ਪੱਥਰੀ ਬਣ ਗਈ ਹੋਵੇ। ਮੈਂ ਦਰਦ ਨਾਲ ਤੜਫ ਰਹੀ ਸੀ। 2 ਘੰਟੇ ਤੁਹਾਡਾ ਇੰਤਜ਼ਾਰ ਕੀਤਾ ਪਰ ਤੁਸੀਂ ਘਰ ਵਾਪਸ ਨਹੀਂ ਆਏ। ਦਰਦ ਬਹੁਤ ਵੱਧ ਗਿਆ ਸੀ। ਮੈਂ ਤੁਹਾਡੇ ਕਲੀਨਿਕ ਵਿੱਚ ਗਈ ਤੇ ਤੁਹਾਡਾ ਖਾਸ ਤੇਲ ਚੁੱਕ ਕੇ 3-4 ਬੂੰਦਾਂ ਧੁੰਨੀ ਵਿੱਚ ਪਾ ਕੇ ਇੱਕ ਕੋਨੇ ਵਿੱਚ ਲੰਮੇ ਪੈ ਗਈ ਸੀ, ਕਿਤੇ ਤੁਹਾਨੂੰ ਪਤਾ ਨਾ ਲੱਗ ਜਾਵੇ, ਕਿਉਂਕਿ ਮੈਨੂੰ ਤੁਹਾਡਾ ਥੱਪੜ ਯਾਦ ਸੀ ਜਿਹੜਾ ਤੁਸੀਂ ਮੈਨੂੰ ਮਾਰਿਆ ਸੀ। ਤੁਹਾਨੂੰ ਪਤਾ ਫਿਰ ਕੀ ਹੋਇਆ? ਤੁਸੀਂ ਕਮਰੇ ਵਿੱਚ ਆ ਗਏ ਸੀ। ਤੁਸੀਂ ਉਸ ਕੋਲੋਂ 10,000 ਮੰਗਿਆ ਸੀ ਤੇ ਕਿਹਾ ਸੀ ਕਿ ਕੁੜੀ ਮਿਲ ਜਾਵੇਗੀ। ਪਾਪਾ, ਤੁਸੀਂ ਪੈਸੇ ਦੇ ਲਾਲਚ ਵਿੱਚ ਇਸ ਤਰ੍ਹਾਂ ਗਿਰ ਗਏ ਹੋ, ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ। ਤੁਸੀਂ ਮੈਨੂੰ ਰੁੱਖੀ ਸੁੱਖੀ ਖਵਾ ਦਿੰਦੇ ਪਰ ਹਰਾਮ ਦੀ ਨਾ ਖਵਾਉਂਦੇ। ਪਾਪਾ, ਤੁਹਾਡੀ ਆਪਣੀ ਇੱਕ ਜਵਾਨ ਧੀ ਮੌਜੂਦ ਹੈ, ਫਿਰ ਤੁਸੀਂ ਦੂਜਿਆਂ ਦੀਆਂ ਧੀਆਂ ਦੀ ਇੱਜ਼ਤ ਖਰਾਬ ਕਰਨ ਬਾਰੇ ਕਿਵੇਂ ਸੋਚ ਸਕਦੇ ਹੋ?
ਪਾਪਾ ਤੁਸੀਂ ਮੈਨੂੰ ਚੰਗੇ ਨਹੀਂ ਲੱਗਦੇ ਹੋ। ਮਨ ਕਰਦਾ ਇਹ ਘਰ ਤੇ ਤੁਹਾਨੂੰ ਹਮੇਸ਼ਾ ਲਈ ਛੱਡ ਕੇ ਚਲੀ ਜਾਵਾਂ। ਉਸ ਦਿਨ ਸਾਡੇ ਘਰ ਜਿਹੜੀ ਕੁੜੀ ਇਲਾਜ ਲਈ ਆਈ ਸੀ, ਉਸ ਨੂੰ ਮੈਂ ਕਿਹਾ ਸੀ ਕਿ ਮੇਰੇ ਪਾਪਾ ਧੋਖੇਬਾਜ਼ ਹਨ, ਇੱਥੇ ਕਦੇ ਵੀ ਨਾ ਆਵੀਂ। ਉਸ ਰਾਤ ਤੁਹਾਡਾ ਉਸ ਆਦਮੀ ਨਾਲ ਝਗੜਾ ਹੋ ਗਿਆ ਸੀ। ਮੇਰੇ ਸ਼ੱਕ ਤੇ ਤੁਸੀਂ ਯਕੀਨ ਦੀ ਮੁਹਰ ਲਾ ਦਿੱਤੀ ਸੀ। ਪਾਪਾ ਮੈਨੂੰ ਸਮਝ ਨਹੀਂ ਆਉਂਦੀ ਕਿ ਹੁਣ ਅੱਗੇ ਕੀ ਹੋਵੇਗਾ। ਤੁਹਾਡੀ ਅਸਲੀਅਤ ਤੋਂ ਬਾਅਦ ਅਸੀਂ ਹੁਣ ਇੱਕ ਘਰ ਵਿੱਚ ਕਿਵੇਂ ਰਹਿ ਸਕਦੇ ਹਾਂ। ਪਾਪਾ ਪਰੇਸ਼ਾਨ ਹੋ ਕੇ ਜ਼ਮੀਨ ਤੇ ਬੈਠ ਗਏ ਸੀ। ਪਾਪਾ ਨੇ ਜਿਹੜੀ ਗੱਲ ਮੈਨੂੰ ਦੱਸੀ ਉਸ ਦੇ ਬਾਰੇ ਤਾਂ ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ। ਪਾਪਾ ਬੋਲੇ, ਜੋਤੀ ਤੁਸੀਂ ਆਪਣੀ ਕਹਿ ਦਿੱਤੀ ਹੈ ਕਿ ਹੁਣ ਮੇਰੀ ਵੀ ਗੱਲ ਸੁਣੋਗੇ। ਤੂੰ 7 ਸਾਲ ਦੀ ਸੀ ਜਦੋਂ ਤੇਰੀ ਮਾਂ ਦੀ ਮੌਤ ਹੋ ਗਈ ਸੀ। ਮੈਂ ਜਵਾਨ ਸੀ, ਮੇਰੇ ਲਈ ਕਈ ਰਿਸ਼ਤੇ ਆਏ, ਪਰ ਮੈਂ ਤੇਰਾ ਸੋਚ ਕੇ ਰੁਕ ਜਾਂਦਾ ਸੀ ਕਿ ਤੇਰੀ ਸੌਤੇਲੀ ਮਾਂ ਤੈਨੂੰ ਪਿਆਰ ਨਹੀਂ ਦੇਵੇਗੀ। ਜਦੋਂ ਉਸਦੀ ਖੁਦ ਦੀ ਔਲਾਦ ਹੋ ਜਾਵੇਗੀ ਤਾਂ ਉਹ ਤੇਰੀ ਦੇਖਭਾਲ ਨਹੀਂ ਕਰੇਗੀ। ਮੈਂ ਤੈਨੂੰ ਤਿਲ ਕੇ ਮਰਦਾ ਨਹੀਂ ਵੇਖ ਸਕਦਾ ਸੀ, ਇਸ ਲਈ ਮੈਂ ਪੂਰੀ ਜ਼ਿੰਦਗੀ ਵਿਆਹ ਨਹੀਂ ਕਰਵਾਇਆ ਸੀ। ਹਾਦਸੇ ਕਾਰਨ ਮੇਰੇ ਤੋਂ ਵੀ ਕੋਈ ਕੰਮ ਨਹੀਂ ਹੁੰਦਾ ਸੀ। ਇੱਕ ਦਿਨ ਮੈਨੂੰ ਇੱਕ ਆਦਮੀ ਨੇ ਆਖਿਆ ਕਿ ਉਹ ਮੁੰਡਾ ਕੁੜੀ ਜਿਹੜੇ ਆਪਣੇ ਪਰਿਵਾਰ ਤੋਂ ਚੋਰੀ ਵਿਆਹ ਕਰਵਾਉਂਦੇ ਹਨ, ਉਹ ਹੋਟਲ ਦਾ ਭਾਰੀ ਕਿਰਾਇਆ ਭਰ ਕੇ ਇਕੱਠੇ ਰਹਿੰਦੇ ਹਨ। ਮੇਰੇ ਦਿਮਾਗ ਵਿੱਚ ਖਿਆਲ ਆਇਆ ਸੀ ਕਿ ਮੈਂ ਕਿਉਂ ਨਾ ਇਹੀ ਕੰਮ ਕਰਾਂ। ਮੈਂ ਅਗਲੇ ਹੀ ਦਿਨ ਕੋਰਟ ਦੇ ਬਾਹਰ ਜਾ ਕੇ ਖੜਾ ਹੋ ਗਿਆ। ਉਸ ਦਿਨ ਇੱਕ ਜੋੜੇ ਨੇ ਵਿਆਹ ਕਰਵਾਇਆ ਸੀ। ਉਹ ਦੋਵੇਂ ਇਕੱਠੇ ਸਨ। ਮੈਨੂੰ ਪਤਾ ਲੱਗ ਗਿਆ ਸੀ ਕਿ ਉਹਨਾਂ ਦੇ ਅੱਗੇ ਪਿੱਛੇ ਕੋਈ ਨਹੀਂ ਹੈ। ਮੈਂ ਕਿਹਾ, ਤੁਸੀਂ ਹੁਣ ਕਿੱਥੇ ਰਹੋਗੇ? ਤਾਂ ਉਹਨਾਂ ਨੇ ਕਿਹਾ ਕਿ ਅਸੀਂ ਹੋਟਲ ਵਿੱਚ ਰਹਾਂਗੇ। ਮੈਂ ਆਖਿਆ, ਕਿਉਂ ਨਾ ਤੁਸੀਂ ਮੇਰੇ ਘਰ ਕਮਰੇ ਵਿੱਚ ਰਹਿ ਪਵੋ। ਹੋਟਲ ਤੋਂ ਪੈਸੇ ਵੀ ਕੱਟ ਲਵਾਂਗਾ ਤੇ ਮੇਰੇ ਘਰ ਤੁਹਾਡਾ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ। ਉਹ ਮੇਰੇ ਘਰ ਰੁਕ ਗਏ ਸੀ। ਹੌਲੀ ਮੇਰਾ ਕੰਮ ਚੱਲ ਪਿਆ। ਕੋਰਟ ਵਿੱਚ ਵਿਆਹ ਕਰਨ ਵਾਲਿਆਂ ਨੂੰ ਹੁਣ ਹਰ ਕੋਈ ਮੇਰੇ ਘਰ ਦੀ ਹੀ ਸਲਾਹ ਦਿੰਦਾ ਸੀ। ਅਕਸਰ ਕੁੜੀਆਂ ਕਾਲਜ ਵਿੱਚ ਹੀ ਆਪਣੀ ਪਸੰਦ ਦਾ ਵਿਆਹ ਕਰ ਲੈਂਦੀਆਂ ਸਨ। ਇਸ ਲਈ ਉਹ ਪੇਟ ਵਿੱਚ ਪੱਥਰੀ ਦਾ ਬਹਾਨਾ ਬਣਾ ਕੇ ਆਪਣੀ ਮਾਂ ਦੇ ਨਾਲ ਆ ਕੇ ਮੈਨੂੰ ਆਪਣੇ ਵਿਆਹ ਦਾ ਸਰਟੀਫਿਕੇਟ ਵਿਖਾ ਜਾਂਦੀਆਂ ਸੀ। ਮੈਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਉਹਨਾਂ ਕੁੜੀਆਂ ਮੁੰਡਿਆਂ ਨੂੰ ਆਪਣੇ ਘਰ ਕਮਰਾ ਦਿੰਦਾ ਸੀ। ਇਸ ਵਿੱਚ ਕੋਈ ਗੁਨਾਹ ਤਾਂ ਨਹੀਂ ਹੈ। ਮੈਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਦਾ ਹਾਂ। ਅੱਜ ਤੂੰ ਜਿਹੜੀਆਂ ਗੱਲਾਂ ਕੀਤੀਆਂ, ਮੈਂ ਆਪਣੀ ਹੀ ਨਜ਼ਰਾਂ ਵਿੱਚ ਗਿਰ ਗਿਆ ਹਾਂ। ਹੁਣ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਲੋਕ ਸੱਚ ਕਹਿੰਦੇ ਸੀ ਕਿ ਔਲਾਦ ਕਿਸੇ ਦੀ ਨਹੀਂ ਬਣਦੀ। ਜੇ ਮੈਂ ਵਿਆਹ ਕਰ ਲੈਂਦਾ ਤਾਂ ਅੱਜ ਮੇਰੀ ਘਰਵਾਲੀ ਹੁੰਦੀ। ਮੈਂ ਤੇਰੇ ਲਈ ਕੁਰਬਾਨੀ ਕੀਤੀ, ਪਰ ਤੂੰ ਅੱਜ ਮੈਨੂੰ ਉਸ ਦਾ ਕੀ ਸਿਲਾ ਦਿੱਤਾ ਹੈ। ਪਾਪਾ ਦੀਆਂ ਗੱਲਾਂ ਸੁਣ ਕੇ ਮੈਂ ਕੰਬ ਗਈ। ਮੈਂ ਕਿੰਨੀ ਬੁਰੀ ਹਾਂ। ਮੈਂ ਆਪਣੇ ਫਰਿਸ਼ਤੇ ਵਰਗੇ ਪਿਤਾ ਉੱਤੇ ਸ਼ੱਕ ਕੀਤਾ, ਉਸ ਨੂੰ ਕਿੰਨੀਆਂ ਗੱਲਾਂ ਕੀਤੀਆਂ। ਮੈਂ ਉੱਚੀ ਰੋਣ ਲੱਗ ਪਈ ਤੇ ਪਾਪਾ ਦੇ ਪੈਰਾਂ ਵਿੱਚ ਬੈਠ ਗਈ। ਮੈਂ ਕਿਹਾ, ਪਾਪਾ ਜਿੱਥੇ ਤੁਸੀਂ ਮੇਰੇ ਉੱਤੇ ਇੰਨੇ ਅਹਿਸਾਨ ਕੀਤੇ ਹਨ, ਅੱਜ ਇੱਕ ਹੋਰ ਕਰ ਦਿਓ। ਆਪਣੀ ਨਾ ਸਮਝ ਔਲਾਦ ਨੂੰ ਮਾਫ ਕਰ ਦਿਓ। ਜੇ ਤੁਸੀਂ ਅੱਜ ਮੈਨੂੰ ਮਾਫ ਨਾ ਕਰ ਸਕੇ ਤਾਂ ਵੀ ਮੈਂ ਆਪਣੇ ਆਪ ਨੂੰ ਕਦੇ ਮਾਫ ਨਹੀਂ ਕਰ ਪਾਵਾਂਗੀ। ਪਤਾ ਨਹੀਂ ਕਿਵੇਂ ਪਾਪਾ ਦਾ ਦਿਲ ਪਿੰਗਲ ਗਿਆ ਸੀ। ਉਹਨਾਂ ਨੇ ਉੱਠ ਕੇ ਮੈਨੂੰ ਗਲੇ ਨਾਲ ਲਾ ਲਿਆ ਸੀ। ਇਹ ਇਸ਼ਾਰਾ ਸੀ ਕਿ ਪਾਪਾ ਮੈਨੂੰ ਮਾਫ ਕਰ ਚੁੱਕੇ ਸੀ, ਪਰ ਸੱਚ ਤਾਂ ਇਹ ਸੀ ਕਿ ਮੈਂ ਖੁਦ ਨੂੰ ਹਜੇ ਤੱਕ ਮਾਫ ਨਹੀਂ ਕਰ ਸਕੀ ਸੀ। ਮੈਂ ਖੁਦ ਨਾਲ ਅੱਖਾਂ ਨਹੀਂ ਮਿਲਾ ਰਹੀ ਸੀ। ਦੋਸਤੋ, ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਨਾ ਤੇ ਕਮੈਂਟ ਜ਼ਰੂਰ ਕਰਨਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਧੰਨਵਾਦ ਜੀ ਸਾਰਿਆਂ ਦਾ।